ਪਾਕਿਸਤਾਨ ਅਤੇ ਭਾਰਤ ਦੇ ਦੋ ਗੁਰਧਾਮਾਂ ਨੂੰ ਜੋੜਨ ਵਾਲਾ ਕਰਤਾਰਪੁਰ ਸਾਹਿਬ ਦਾ ਲਾਂਘਾ ਬੁੱਧਵਾਰ ਨੂੰ ਮੁੜ ਤੋਂ ਖੁੱਲ੍ਹ ਗਿਆ ਹੈ। ਬੁੱਧਵਾਰ ਸਵੇਰੇ 11 ਵਜੇ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਭਾਰਤ ਦੇ ਡੇਰਾ ਬਾਬਾ ਨਾਨਕ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਪਹੁੰਚੇ ਪਹਿਲੇ ਦੋ ਸ਼ਰਧਾਲੂਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ, ਜਿਨ੍ਹਾਂ ਦਾ ICP ਯਾਨੀ ਕਿ ਇੰਟੀਗ੍ਰੇਟਡ ਚੈੱਕ ਪੋਸਟ ਤੇ ਮੈਨੇਜਰ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਦੋਵੇਂ ਸ਼ਰਧਾਲੂਆਂ ਨੂੰ ਫੁੱਲਾਂ ਦੇ ਹਾਰ ਪਹਿਨਾਏ ਗਏ। ਲੈਂਡ ਪੋਰਟ ਅਥਾਰਟੀ ਆਫ ਇੰਡੀਆ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਦੋ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਪਾਕਿਸਤਾਨ ਪਹੁੰਚੇ ਨੇ। ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਹੁੰਚੇ ਨੇ ਤੇ ਉੱਥੇ ਉਹਨਾਂ ਦਾ ਪਹੁੰਚਣ ਤੇ ਮੈਨੇਜਰ ਦੇ ਵੱਲੋਂ ਸਵਾਗਤ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਹੱਦ ਪਾਰ ਇਹਨਾਂ ਦੋਵਾਂ ਦਾ ਨਿੱਘਾ ਸਵਾਗਤ ਕੀਤਾ। ਸਭ ਦੇ ਮਨ ਦੇ ਵਿੱਚ ਉਤਸੁਕਤਾ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁੱਲ੍ਹਣ ਦੇ ਨਾਲ ਸਭ ਤੋਂ ਪਹਿਲਾਂ ਜਾਣ ਵਾਲੇ ਯਾਤਰੀ ਕਿਹੜੇ ਨੇ। ਜਾਣਕਾਰੀ ਮਿਲੀ ਹੈ ਕਿ ਜਿਨ੍ਹਾਂ ਨੇ ਕਰੋਨਾ ਸ਼ੁਰੂ ਹੋਣ ਤੋਂ ਪਹਿਲਾਂ ਅਪਲਾਈ ਕੀਤਾ ਸੀ, ਉਹਨਾਂ ਨੂੰ ਪਹਿਲਾਂ ਜਾਣ ਦੀ ਇਜਾਜ਼ਤ ਹੈ ਜਿਹੜੀ ਉਹ ਦਿੱਤੀ ਗਈ ਹੈ, ਕਿਉਂਕਿ ਪਾਕਿਸਤਾਨ ਦੀ ਜਿਹੜੀ ਸ਼ਰਤ ਹੈ ਕਿ ਰਜਿਸਟ੍ਰੇਸ਼ਨ 10 ਦਿਨ ਪਹਿਲਾਂ ਕਰਵਾਉਣੀ ਜ਼ਰੂਰੀ ਹੈ ਯਾਤਰਾ ਤੋਂ। ਇਸ ਕਰਕੇ ਹਾਲੇ ਲਾਂਘਾ ਤੁਰੰਤ ਖੁੱਲ੍ਹਿਆ ਹੈ ਤਾਂ ਕਿਸੇ ਨੇ ਵੀ ਰਜਿਸਟ੍ਰੇਸ਼ਨ ਨਹੀਂ ਕਰਵਾਈ। ਇਸ ਕਰਕੇ ਜਿਨ੍ਹਾਂ ਨੇ ਕਰੋਨਾ ਤੋਂ ਪਹਿਲਾਂ ਦਾ ਅਪਲਾਈ ਕੀਤਾ ਹੋਇਆ ਸੀ ਤੇ ਫਿਰ ਇੱਕਦਮ ਕਰੋਨਾ ਕਰਕੇ ਲਾਂਘਾ ਬੰਦ ਕੀਤਾ ਗਿਆ ਤੇ ਉਹਨਾਂ ਦੀ ਯਾਤਰਾ ਅਧੂਰੀ ਪਈ ਸੀ, ਉਹਨਾਂ ਨੂੰ ਹੀ ਪਹਿਲਾਂ ਜਾਣ ਦਾ ਮੌਕਾ ਦਿੱਤਾ ਗਿਆ। ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਅਮੀਰ ਸਿੰਘ ਨੇ ਕਿਹਾ ਕਿ ਸਾਡੀਆਂ ਤੇ ਤੁਹਾਡੀਆਂ ਦੋਵਾਂ ਦੀਆਂ ਦੁਆਵਾਂ ਪੂਰੀਆਂ ਹੋਈਆਂ ਨੇ। ਅਸੀਂ ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਸਾਡੇ ਦਿਲ ਤੇ ਦਰਵਾਜ਼ੇ ਤੁਹਾਡੇ ਸਭ ਲਈ ਖੁੱਲ੍ਹੇ ਨੇ। ਪਾਕਿਸਤਾਨ ਪਹੁੰਚੇ ਇਹਨਾਂ ਦੋਵਾਂ ਸ਼ਰਧਾਲੂਆਂ ਤੋਂ ਪਾਸਪੋਰਟ ਦੇ ਨਾਲ ਕੋਵਿਡ ਦੀ ਵੈਕਸੀਨ ਲੱਗੇ ਹੋਣ ਦਾ ਸਬੂਤ ਵੀ ਮੰਗਿਆ ਗਿਆ। ਹਾਲਾਂਕਿ ਭਾਰਤ ਵਿੱਚ ਕੋਵਿਡ ਦਾ ਕੋਈ ਵੀ ਟੈਸਟ ਹੈ ਜਿਹੜਾ ਇੱਧਰਲੇ ਪਾਸੇ ਨਹੀਂ ਕੀਤਾ ਜਾ ਰਿਹਾ, ਨਾ ਹੀ ਰਿਪੋਰਟ ਮੰਗੀ ਗਈ ਹੈ। ਇਹ ਪਹਿਲੇ ਦਿਨ ਦੀ ਮੁੜ ਤੋਂ ਸ਼ੁਰੂ ਹੋਈ ਯਾਤਰਾ ਤੋਂ ਬਾਅਦ ਮਿਲੀ ਜਾਣਕਾਰੀ ਹੈ ਤੇ ਹੁਣ ਤੁਹਾਨੂੰ ਉਹ ਅਹਿਮ ਜਾਣਕਾਰੀ ਦੱਸ ਦਿੰਦੇ ਹਾਂ ਜਿਹੜੀ ਕਿ ਸਾਰੀ ਸੰਗਤ ਉਡੀਕ ਰਹੀ ਹੈ ਕਿ ਕੋਵਿਡ ਨਿਯਮਾਂ ਦੀ ਪਾਲਣਾ ਜਿਹੜੀ ਹੈ ਉਹ ਕਰਨੀ ਪਵੇਗੀ। ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਜੇ ਤੁਸੀਂ ਇਹ ਯਾਤਰਾ ਕਰਨੀ ਹੈ। ਕਰੋਨਾ ਮਹਾਮਾਰੀ ਦੇ ਨਿਯਮਾਂ ਦੇ ਮੁਤਾਬਿਕ ਦਰਸ਼ਨ ਕਰਨ ਲਈ ਜਾਣ ਵਾਲੀ ਸੰਗਤ ਦੇ ਕੋਲ ਕਰੋਨਾ ਟੀਕੇ ਦਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। RT-PCR ਦੀ ਨੈਗੇਟਿਵ ਰਿਪੋਰਟ ਵੀ ਹੋਣੀ ਚਾਹੀਦੀ ਹੈ ਜਿਹੜੀ ਕਿ ਪਾਕਿਸਤਾਨ ਦੇ ਵਿੱਚ ਚੈੱਕ ਕੀਤੀ ਜਾਊਗੀ। ਕਰਤਾਰਪੁਰ ਸਾਹਿਬ ਲਾਂਘੇ ਨੂੰ ਪਾਰ ਕਰਨ ਵਾਲੀ ਸੰਗਤ ਹਰ ਵਕਤ ਚਿਹਰੇ ਤੇ ਮਾਸਕ ਪਹਿਨ ਕੇ ਰੱਖੇਗੀ। ਸਮਾਜਿਕ ਦੂਰੀ ਬਣਾਈ ਰੱਖਣ ਦੇ ਨਿਯਮ ਦੀ ਪਾਲਣਾ ਜ਼ਰੂਰੀ ਉਸ ਨੂੰ ਕਰਨੀ ਪਵੇਗੀ। ਉੱਥੇ ਪਹੁੰਚਣ ਤੇ ਉਸਦੇ ਸਰੀਰ ਦੇ ਤਾਪਮਾਨ ਦੀ ਨਿਯਮਿਤ ਜਾਂਚ ਹੁੰਦੀ ਰਹੇਗੀ। ਸੈਨੀਟਾਈਜ਼ੇਸ਼ਨ ਦਾ ਵੀ ਪੂਰਾ ਧਿਆਨ ਰੱਖਣਾ ਪਵੇਗਾ। ਪਾਕਿਸਤਾਨ ਪਹੁੰਚਣ ਵਾਲੇ ਯਾਤਰੀਆਂ ਨੂੰ ਉੱਥੇ ਪਹੁੰਚਣ ਤੇ ਰੈਟ ਯਾਨੀ ਕਿ ਰੈਪਿਡ ਐਂਟੀਜਨ ਟੈਸਟ ਕਰਵਾਉਣਾ ਪਵੇਗਾ ਤੇ ਉੱਥੇ ਰਹਿਣ ਦੌਰਾਨ ਪਾਕਿਸਤਾਨ ਦੇ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਕਰਤਾਰਪੁਰ ਸਾਹਿਬ ਦੀ ਯਾਤਰਾ ਦੇ ਲਈ ਤੁਹਾਨੂੰ ਕੀ ਕੁਝ ਕਰਨਾ ਪਵੇਗਾ ਜਿਹਦੇ ਨਾਲ ਤੁਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ, ਕਿਉਂਕਿ ਕੁਝ ਨਿਯਮ ਤੇ ਸ਼ਰਤਾਂ ਨੇ ਜਿਹੜੀਆਂ ਉਹ ਜ਼ਰੂਰ ਰੱਖੀਆਂ ਗਈਆਂ ਨੇ ਜਿਵੇਂ ਕਿ ਪਹਿਲਾਂ ਵੀ ਸਨ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਯਾਤਰਾ ਦੇ ਵਿੱਚ ਉਹਨਾਂ ਯਾਤਰੀਆਂ ਨੂੰ ਪਹਿਲ ਦਿੱਤੀ ਜਾਏਗੀ ਜਿਨ੍ਹਾਂ ਨੇ 2019 ਦੇ ਵਿੱਚ ਰਜਿਸਟ੍ਰੇਸ਼ਨ ਕਰਵਾਈ ਸੀ, ਪਰ ਯਾਤਰਾ ਬੰਦ ਹੋਣ ਕਰਕੇ ਉਹ ਦਰਸ਼ਨਾਂ ਲਈ ਜਾ ਨਹੀਂ ਸਕੇ ਸੀ। ਇਸ ਕਰਕੇ ਉਹ ਪਹਿਲਾਂ ਯਾਤਰਾ ਕਰਨ ਦੇ ਲਈ ਜਾਣਗੇ। ਪੁਰਾਣੀ ਰਜਿਸਟ੍ਰੇਸ਼ਨ ਵਾਲੇ ਯਾਤਰੀਆਂ ਨੂੰ ਦਰਸ਼ਨਾਂ ਦੀ ਪਹਿਲ ਹੈ ਜਿਹੜੀ ਦਿੱਤੀ ਜਾਵੇਗੀ। ਦੂਸਰੀ ਜਿਹੜੀ ਜ਼ਰੂਰੀ ਗੱਲ ਨੋਟ ਕਰਨ ਵਾਲੀ ਹੈ ਕਿ ਜਿਹੜੀ ਵੈਬਸਾਈਟ ਸੀ, ਵੈਬ ਪੋਰਟਲ ਹੈ, ਉਹ ਖੁੱਲ੍ਹ ਚੁੱਕਿਆ ਹੈ ਜਿੱਥੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਪ੍ਰਕਾਸ਼ ਪੁਰਬ 550.mha.gov.in #KPR #application status। ਸੋ ਇਹ ਜਿਹੜਾ ਲਿੰਕ ਹੈਗਾ ਉੱਥੇ ਜਾ ਕੇ ਤੁਸੀਂ ਆਪਣਾ ਜਿਹੜਾ ਹੈਗਾ ਅਪਲਾਈ ਕਰ ਸਕਦੇ ਹੋ। ਪਾਸਪੋਰਟ ਨੰਬਰ ਤੁਹਾਨੂੰ ਆਪਣਾ ਜ਼ਰੂਰ ਦੇਣਾ ਪਵੇਗਾ। ਇਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾਓਗੇ ਤੇ ਯਾਤਰਾ ਤੋਂ 4 ਦਿਨ ਪਹਿਲਾਂ ਤੁਹਾਨੂੰ ਯਾਤਰਾ ਦੀ ਸੂਚਨਾ ਮਿਲ ਜਾਏਗੀ ਕਿ ਤੁਹਾਡੀ ਜਿਹੜੀ ਯਾਤਰਾ ਅਪਰੂਵ ਹੋ ਗਈ ਹੈ ਜਾਂ ਫਿਰ ਰੱਦ ਹੋ ਗਈ ਹੈ। ਯਾਤਰਾ ਦੇ ਲਈ ਤੁਹਾਡੇ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੈ, ਪਰ ਵੀਜ਼ੇ ਦੀ ਕੋਈ ਸ਼ਰਤ ਨਹੀਂ ਹੈ ਕਿ ਪਾਸਪੋਰਟ ਤੇ ਵੀਜ਼ਾ ਵੀ ਲੱਗਿਆ ਹੋਣਾ ਚਾਹੀਦਾ ਹੈ। ਆਨਲਾਈਨ ਪੋਰਟਲ ਤੋਂ ਯਾਤਰਾ ਦਾ ਪਰਮਿਟ ਲੈਣਾ ਤੁਹਾਨੂੰ ਜ਼ਰੂਰੀ ਹੋਵੇਗਾ, ਯਾਨੀ ਕਿ ਯਾਤਰਾ ਦੀ ਪਰਮਿਸ਼ਨ ਹੋਵੇਗੀ, ਉਹਦਾ ਤੁਹਾਡੇ ਕੋਲੇ ਪ੍ਰਿੰਟ ਕਾਪੀ ਹੈ ਉਹ ਹੋਣੀ ਚਾਹੀਦੀ ਹੈ। ਯਾਤਰਾ ਦੇ ਆਨਲਾਈਨ ਬਿਨੈ ਪੱਤਰ ਜਮ੍ਹਾਂ ਕਰਵਾਉਣ ਦੇ ਲਈ ਮੋਬਾਈਲ ਨੰਬਰ ਬਹੁਤ ਜ਼ਰੂਰੀ ਹੈ। ਈਮੇਲ ID ਵੀ ਜ਼ਰੂਰੀ ਹੈ, ਯਾਨੀ ਕਿ ਜਦੋਂ ਆਨਲਾਈਨ ਰਜਿਸਟ੍ਰੇਸ਼ਨ ਤੁਸੀਂ ਕਰਨੀ ਹੈ, ਪਾਸਪੋਰਟ ਨੰਬਰ, ਈਮੇਲ ID, ਤੁਹਾਡਾ ਮੋਬਾਈਲ ਨੰਬਰ। ਭਾਰਤ ਵੱਲੋਂ ਜਦੋਂ ਤੁਸੀਂ ਪਾਕਿਸਤਾਨ ਨੂੰ ਜਾਓਗੇ ਤੁਹਾਡੇ ਤੋਂ ਕੋਈ ਫੀਸ ਨਹੀਂ ਲਈ ਜਾਏਗੀ, ਪਰ ਜਦੋਂ ਤੁਸੀਂ ਪਾਕਿਸਤਾਨ ਜਾਓਗੇ ਤਾਂ ਪ੍ਰਤੀ ਯਾਤਰੀ $20 ਦੀ ਫੀਸ ਹੈ ਜਿਹੜੀ ਉਹ ਪਾਕਿਸਤਾਨ ਦੇ ਵੱਲੋਂ ਰੱਖੀ ਗਈ ਹੈ। ਭਾਰਤੀ ਕਰੰਸੀ ਦੇ ਮੁਤਾਬਿਕ ਇਹ ਫੀਸ 1400 ਰੁਪਏ ਹੈ। ਇੱਕ ਜਣੇ ਦੀ 1400 ਰੁਪਏ ਫੀਸ ਹੋਏਗੀ ਤੇ ਸ਼ੁਰੂਆਤੀ ਦਿਨਾਂ ਦੇ ਵਿੱਚ ਇਹ ਫੀਸ ਨਹੀਂ ਲੱਗੇਗੀ, ਕੁਝ ਕੁ ਦਿਨਾਂ ਤੱਕ ਹੀ ਫੀਸ ਨਹੀਂ ਲੱਗੇਗੀ, ਉਸ ਤੋਂ ਬਾਅਦ ਫੀਸ ਹੈ ਜਿਹੜੀ ਤੁਹਾਡੇ ਤੋਂ ਲਈ ਜਾਵੇਗੀ। ਸੋ ਇਹ ਸਾਰੇ ਜਿਹੜੇ ਨਿਯਮ ਹੈਗੇ ਨੇ, ਸ਼ਰਤਾਂ ਹੈਗੀਆਂ ਨੇ ਜਿਹਦੇ ਨਾਲ ਤੁਸੀਂ ਕਰਤਾਰਪੁਰ ਸਾਹਿਬ ਦੀ ਯਾਤਰਾ ਕਰ ਸਕਦੇ ਹੋ।